दोस्तों ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਐਨਜੀਓਜ਼ ਸਥਾਪਿਤ ਹੋ ਚੁੱਕੀਆਂ ਨੇ ਜਿਹੜੀਆਂ ਕਿ ਲੋਕਾਂ ਦੀ ਸਹਾਇਤਾ ਕਰਦੀਆਂ ਨੇ ਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਨੇ ਜਿਹੜੇ ਵਾਕਿਆ ਦੇ ਵਿੱਚ ਲੋੜਵੰਦਾਂ ਦੀ ਬੇਸਹਾਰਿਆਂ ਦੀ ਗਰੀਬਾਂ ਦੀ ਮਦਦ ਕਰਦੇ ਨੇ ਤੇ ਬਹੁਤ ਸਾਰੇ ਅਜਿਹੇ ਵੀ ਆ ਜਿਹੜੇ ਇਹਨਾਂ ਲੋਕਾਂ ਦੀ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਦਾਅਵਾ ਤਾਂ ਕਰਦੇ ਨੇ ਪਰ ਉਹਨਾਂ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਨੇ ਦੋਸ਼ ਲੱਗ ਰਹੇ ਨੇ ਕਿ ਉਹ ਗਰੀਬ ਲੋਕਾਂ ਦੀ ਸਹਾਇਤਾ ਕਰਨ ਦੀ ਦਾਅਵਾ ਕਰਦੇ ਨੇ ਪਰ ਇਸੇ ਆੜ ਦੇ ਵਿੱਚ ਉਹ ਉਹਨਾਂ ਲੋਕਾਂ ਨੂੰ ਬਾਕੀ ਲੋਕਾਂ ਨੂੰ ਲੁੱਟ ਰਹੇ ਨੇ ਪੈਸਾ ਉਹਨਾਂ ਦੇ ਕੋਲੋਂ ਉਗਰਾ ਕੇ ਆਪਣੇ ਪੱਲੇ ਪਾ ਰਹੇ ਨੇ ਆਪਣੇ ਘਰ ਭਰ ਰਹੇ ਨੇ। खैर ये ਜਿਹੜੇ ਅੱਜ ਕੱਲ੍ਹ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਫਿਰ ਜਿਹੜੇ ਲੋਕ ਆ ਲੋਕਾਂ ਦੀ ਮਦਦ ਕਰਦੇ ਉਹਨਾਂ ਉੱਤੇ ਬਹੁਤ ਸਾਰੇ ਦੋਸ਼ ਲੱਗਦੇ ਜਾ ਰਹੇ ਨੇ ਲੱਗਦੇ ਰਹਿਣਗੇ ਤੇ ਅੱਜ ਇੱਕ ਅਜਿਹੀ ਸ਼ਖਸੀਅਤ ਤੋਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ। ਉਹਨਾਂ ਨੇ ਲੋਕਾਂ ਦੀ ਬਹੁਤ ਸੇਵਾ ਕੀਤੀ ਬੇਸਹਾਰਿਆਂ ਦੀ ਸੇਵਾ ਕੀਤੀ ਪਰ ਉਹਨਾਂ ਦੇ ਉੱਤੇ ਇੱਕ ਵੀ ਦੋਸ਼ ਨਹੀਂ ਲੱਗਿਆ ਤੇ ਉਹਨਾਂ ਦਾ ਨਾਮ ਪੂਰੇ ਮਾਨ ਸਨਮਾਨ ਤੇ ਪੂਰੇ ਸਤਿਕਾਰ ਦੇ ਨਾਲ ਰਹਿੰਦੀ ਦੁਨੀਆ ਤੱਕ ਵੀ ਲਿਆ ਜਾਵੇਗਾ ਲੋਕ ਉਹਨਾਂ ਨੂੰ याद रखणगे ते आपां गल कर रहे हैं बेसहारियां दे सब तो वड्डे सहारे मसीहा भगत पूरन सिंह जी बारे। भगत पूरन सिंह जी जिहड़े कि अज दे दिन यानी कि 5 अगस्त 1992 नूं अपनी सेवा पूरी करके इस संसार तो अलविदा कह के चले गए सी। भगत पूरन सिंह जी का सिख कौम दे विच ही नहीं बल्कि बाकी कौमां दे विच पूरी दुनिया दे विच ही बड़े सत्कार दे नाम नाल उन्हां दा नाम लिया जाता है पर उन्हां नूं सिख कौम दे एक वड्डे मसीहा जाणिया जाता है कौम दे सिख कौम दे। पर तुहानूं इत्थे दस दईए कि भगत पूरन सिंह जी का जन्म एक हिंदू परिवार दे विच होया सी। लुधियाना जिले के एक हिंदू परिवार दे विच उन्हां दा जन्म होया सी। पिता शिवमल ते माता महताब कौर दे घर 4 जून 1904 ईस्वी नूं उन्हां दा जन्म होया सी। उन्हां दे पिता एक वड्डे शाहूकार सी रजदा पुजदा मतलब उन्हां दा घर सी वधिया घर सी पर एक अजिहा समा आया उन्हां दे जन्म तो कुछ साल बाद भयानक काल पिया कि उन्हां दे जिहड़ा कारोबार सीगा रोजगार सी ओह बंद हो गया बर्बाद हो गया। इस तो बाद भगत पूरन सिंह जी खन्ना दे स्कूल दे विच उन्हां ने उत्थों भी अपनी पढ़ाई लई तालीम हासिल की ते उन्हां दिनां दे विच भगत पूरन सिंह जी दसदे ने कि अपनी माँ तो वो प्रेरित होए सीगे उन्हां दी माँ दा करके ही वो धार्मिक कामां दे वल उन्हां दी रुचि वधी सी ते ਉਹ उन्हां दिनां दे विच शिवजी दी जिहड़ी मूर्ति हुंदी सीगी ਉਹਦੇ ਉੱਤੇ 21 ਬਿਲ ਪੱਤਰ ਚੜਾਉਂਦੇ ਹੁੰਦੇ ਸੀ ਰੋਜ਼ਾਨਾ ਤੇ ਹਰ ਬਿਲ ਪੱਤਰ ਦੇ ਉੱਪਰ ਉਹ ਆਪ ਆਪਣੇ ਹੱਥੀਂ ਲਿਖਦੇ ਸੀ ਓਮ ਨਮः शिवाय ਤੇ ਉਦੋਂ ਹੀ ਉਹਨਾਂ ਦਿਨਾਂ ਦੇ ਵਿੱਚ ਉਹ ਹਰ ਰੋਜ਼ 7 ਪਾਠ ਹਨੂਮਾਨ ਚਾਲੀਸੇ ਦੇ ਵੀ ਕਰਦੇ ਸੀ। ਹਫਤੇ ਵਿੱਚ 3 ਦਿਨ ਵਰਤ ਵੀ ਰੱਖਦੇ ਸੀ। ਇੰਨੇ ਉਹ ਆਪਣੇ ਧਰਮ ਦੇ ਪ੍ਰਤੀ ਦ੍ਰਿੜ ਸੀ ਇੰਨੇ ਪੱਕੇ ਸ਼ਰਧਾਲੂ ਸੀ। ਪਰ 1923 ਦੇ ਵਿੱਚ ਜਦੋਂ ਉਹ 10ਵੀਂ ਦਾ ਇਮਤਿਹਾਨ ਦੇਣ ਗਏ ਸੀ ਲੁਧਿਆਣੇ ਉੱਥੇ ਹੀ ਉਹ ਰਹਿੰਦੇ ਸੀ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਉਹ ਲੁਧਿਆਣਾ ਦੇ ਖਜ਼ਾਨਚੀਆਂ ਦੇ ਸ਼ਿਵਜੀ ਮੰਦਿਰ ਵਿੱਚ ਗਏ। ਉੱਥੇ ਜਾ ਕੇ ਉਹਨਾਂ ਨੇ ਸ਼ਿਵਜੀ ਠਾਕੁਰਾਂ ਦੀਆਂ ਜਿਹੜੀਆਂ ਮੂਰਤੀਆਂ ਸੀ ਉਹਨਾਂ ਨੂੰ ਪਾਣੀ ਦੇ ਨਾਲ ਖੂਹ ਦੇ ਵਿੱਚੋਂ ਪਾਣੀ ਉਹਨਾਂ ਨੇ ਕੱਢਿਆ ਤੇ ਉਹਨਾਂ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਤਾ ਸਾਫ਼ ਕੀਤਾ ਬੜੀ ਸ਼ਰਧਾ ਦੇ ਨਾਲ ਤੇ ਉੱਥੇ ਬਹੁਤ ਕਹਿੰਦੇ ਧੂਲ ਮਿੱਟੀ ਜੰਮੀ ਹੋਈ ਸੀ ਉਹਨੂੰ ਸਾਫ਼ ਕੀਤਾ। ਉਸ ਤੋਂ ਬਾਅਦ ਕੁਝ ਸਮੇਂ ਬਾਅਦ ਜਦੋਂ ਰੋਟੀ ਦਾ ਸਮਾਂ ਹੋਇਆ ਤਾਂ ਬਾਕੀ ਦੇ ਜਿਹੜੇ ਸੰਸਕ੍ਰਿਤ ਦੇ 5 ਵਿਦਿਆਰਥੀ ਸੀ ਉਹਨਾਂ ਦੇ ਨਾਲ ਰਾਮਜੀ ਦਾਸ ਕਿਉਂਕਿ ਇਹਨਾਂ ਦਾ ਜਿਹੜਾ ਬਚਪਨ ਦੇ ਵਿੱਚ ਨਾਮ ਸੀ ਉਹ ਰਾਮਜੀ ਦਾਸ ਰੱਖਿਆ ਗਿਆ ਸੀ। ਰਾਮਜੀ ਦਾਸ ਭਾਵ ਕਿ ਭਗਤ ਪੂਰਨ ਸਿੰਘ ਜੀ ਉਹਨਾਂ ਵਿਦਿਆਰਥੀਆਂ ਦੇ ਨਾਲ ਰੋਟੀ ਖਾਣ ਵਾਸਤੇ ਪੰਗਤ ਦੇ ਵਿੱਚ ਬੈਠ ਗਏ ਪਰ ਉੱਥੋਂ ਦਾ ਜਿਹੜਾ ਪੰਡਿਤ ਸੀ ਉਹਨੇ ਰਾਮਜੀ ਦਾਸ ਨੂੰ ਉੱਥੋਂ ਹਟਾ ਦਿੱਤਾ ਉੱਥੋਂ ਭਜਾ ਦਿੱਤਾ ਕਿ ਉਹਨੂੰ ਰੋਟੀ ਨਹੀਂ ਮਿਲੇਗੀ। ਇਸ ਗੱਲ ਦਾ ਭਗਤ ਪੂਰਨ ਸਿੰਘ ਜੀ ਦੇ ਮਨ ਉੱਤੇ ਬੜਾ ਡੂੰਘਾ ਅਸਰ ਪਿਆ। ਉਹ ਰੋਣ ਹਾਕੇ ਹੋ ਗਏ ਕਿਉਂਕਿ ਜਦੋਂ ਉਹਨਾਂ ਨੂੰ ਭੁੱਖ ਲੱਗੀ ਸੀ ਉਹਨਾਂ ਨੇ ਉੱਥੇ ਸੇਵਾ ਵੀ ਕੀਤੀ ਪਰ ਫਿਰ ਵੀ ਉਹਨਾਂ ਨੂੰ 2-3 ਪ੍ਰਸ਼ਾਦੇ ਰੋਟੀ ਵਜੋਂ ਉਹ ਨਹੀਂ ਦੇ ਸਕੇ। ਬਾਕੀ ਵਿਦਿਆਰਥੀਆਂ ਨੂੰ ਵੀ ਤਾਂ ਦੇਣੇ ਸੀ ਪਰ ਉਹਨਾਂ ਨੂੰ ਨਹੀਂ ਦੇ ਸਕੇ। ਉਹਨਾਂ ਦਾ ਇਸ ਜਿਹੜਾ ਘਟਨਾ ਸੀ ਉਹਨਾਂ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਪਿਆ ਤੇ ਇਸ ਤੋਂ ਬਾਅਦ ਉਹ ਭੁੱਖੇ ਹੀ ਸੌਂ ਗਏ। ਅਗਲੇ ਦਿਨ ਜਦੋਂ ਉਹ ਖੰਨਾ ਵਾਸਤੇ ਪੈਦਲ ਹੀ ਚੱਲ ਪਏ ਤਾਂ ਰਸਤੇ ਵਿੱਚ ਉਹ ਗੁਰਦੁਆਰਾ ਰੇਰੂ ਸਾਹਿਬ ਸਾਨੇਵਾਲਾ ਰੁਕੇ। ਕਹਿੰਦੇ ਨੇ ਕਿ ਭਗਤ ਜੀ ਨੇ ਆਪ ਉਹਨਾਂ ਦੀ ਜਿਹੜੀ ਕਿਤਾਬ ਆ ਉਹਦੇ ਵਿੱਚ ਦਰਜ ਆ ਤੁਸੀਂ ਉਹਨਾਂ ਕਿਤਾਬਾਂ ਨੂੰ ਪੜ੍ਹ ਸਕਦੇ ਹੋ ਜਿਹੜੀਆਂ ਭਗਤ ਪੂਰਨ ਸਿੰਘ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਨੇ। ਭਗਤ ਪੂਰਨ ਸਿੰਘ ਜੀ ਦਾ ਕਹਿਣਾ ਹੈ ਕਿ ਗੁਰਦੁਆਰੇ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਵੱਖਰੀ ਅਦਭੁਤ ਇੱਕ ਨਵੀਂ ਦੁਨੀਆ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਨਵੀਂ ਦੁਨੀਆ ਦੇ ਉਹਨਾਂ ਨੇ ਦਰਸ਼ਨ ਕੀਤੇ। ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਨਗਾਰਾ ਵੱਜਿਆ
ਜਿਹਦਾ ਜਿਹੜਾ ਇਸ ਗੱਲ ਦਾ ਸੰਕੇਤ ਸੀ ਕਿ ਲੰਗਰ ਪੱਕ ਚੁੱਕਾ ਹੈ, ਸੰਗਤਾਂ ਵਾਸਤੇ ਤਿਆਰ ਹੈ ਤੇ ਸੰਗਤਾਂ ਪੰਗਤਾਂ ਦੇ ਵਿੱਚ ਸੱਜ ਜਾਣ। ਭਗਤ ਪੂਰਨ ਸਿੰਘ ਜੀ ਵੀ ਪੰਗਤ ਦੇ ਵਿੱਚ ਜਾ ਕੇ ਬੈਠ ਗਏ। ਉਹਨਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਗੁੜ ਦੇ ਮਿੱਠੇ ਚੌਲ, ਦੇਸੀ ਘਿਓ ਦੀ ਦਾਲ ਤੇ ਹੋਰ ਜੋ ਵੀ ਪ੍ਰਸ਼ਾਦਾ ਸੀਗਾ ਲੰਗਰ ਦੇ ਵਿੱਚ, ਉਹਨਾਂ ਨੂੰ ਬਿਨਾਂ ਵਿਤਕਰੇ ਤੋਂ ਉੱਥੇ ਵਰਤਾਇਆ ਗਿਆ, ਜਿਹਨੂੰ ਦੇਖ ਕੇ ਭਗਤ ਪੂਰਨ ਸਿੰਘ ਜੀ ਦਾ ਜਿਹੜਾ ਕੋਮਲ ਹਿਰਦਾ ਸੀ ਉਹ ਬਹੁਤ ਪ੍ਰਭਾਵਿਤ ਹੋਇਆ। ਬਹੁਤ ਉਹ ਤ੍ਰਿਪਤ ਹੋਏ ਉੱਥੋਂ ਲੰਗਰ ਛਕ ਕੇ ਤੇ ਉਹਨਾਂ ਨੇ ਇੱਕ ਅਲੱਗ ਹੀ ਨਜ਼ਾਰਾ ਦੇਖਿਆ ਕਿ ਗੁਰੂ ਘਰ ਦੇ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਲੋੜਵੰਦ ਨੂੰ, ਬੇਸਹਾਰਾ ਨੂੰ, ਗਰੀਬ ਨੂੰ, ਜਿਹਦੇ ਫਟੇ ਪਾਟੇ ਕੱਪੜੇ ਨੇ, ਉਹਨਾਂ ਨੂੰ ਵੀ ਇੱਥੇ ਲੰਗਰ ਛਕਾਇਆ ਜਾਂਦਾ ਹੈ। ਜੋ ਅਮੀਰਾਂ ਨੂੰ ਦਿੱਤਾ ਜਾਂਦਾ ਹੈ ਉਹੀ ਗਰੀਬਾਂ ਨੂੰ ਇਸ ਲੰਗਰ ਦੇ ਵਿੱਚ ਮਿਲਦਾ ਹੈ। ਇਹਨਾਂ ਦੋਹਾਂ ਘਟਨਾਵਾਂ ਨੇ ਹੀ ਉਹਨਾਂ ਭਗਤ ਪੂਰਨ ਸਿੰਘ ਜੀ ਦੇ ਕੋਮਲ ਹਿਰਦੇ ਨੂੰ ਬਹੁਤ ਡੂੰਘਾ ਅਸਰ ਕੀਤਾ। ਇੱਕ ਨੇ ਪ੍ਰਭਾਵਿਤ ਕੀਤਾ ਤੇ ਦੂਜੀ ਨੇ ਉਹਨਾਂ ਤੇ ਜਿਹੜਾ ਉਹਨਾਂ ਦਾ ਹਿਰਦਾ ਵਲੂੰਦਰਿਆ ਗਿਆ ਸੀ ਦੂਜੀ ਘਟਨਾ ਦੇ ਨਾਲ। ਇਸ ਤੋਂ ਬਾਅਦ ਭਗਤ ਪੂਰਨ ਸਿੰਘ ਜੀ ਡੇਰਾ ਸਾਹਿਬ ਲਾਹੌਰ ਦੇ ਵਿੱਚ ਹੀ ਰਹੇ, ਉੱਥੇ ਸੇਵਾ ਦੇ ਵਿੱਚ ਜੁਟ ਗਏ, ਸੇਵਾ ਕਰਦੇ ਰਹੇ ਤੇ ਡੇਰਾ ਸਾਹਿਬ ਦੇ ਵਿੱਚ, ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਹੀ ਉਹਨਾਂ ਨੂੰ ਇੱਕ 4 ਸਾਲ ਦਾ ਪਿੰਗਲਾ, ਜਿਨ੍ਹਾਂ ਦਾ ਨਾਮ ਉਹਨਾਂ ਨੇ ਬਾਅਦ ਵਿੱਚ ਪਿਆਰਾ ਸਿੰਘ ਰੱਖਿਆ ਸੀ, ਉਹ ਉਹਨਾਂ ਨੂੰ ਇੱਕ ਲਵਾਰਿਸ ਹਾਲਤ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਵਿੱਚ ਮਿਲਿਆ ਸੀ। ਭਗਤ ਪੂਰਨ ਸਿੰਘ ਜੀ ਨੇ ਉਸ ਬੱਚੇ ਨੂੰ ਆਪਣਾ ਬੱਚਾ ਅਪਣਾਇਆ, ਉਹਦੀ ਤਨ ਮਨ ਤੋਂ ਸੇਵਾ ਸੰਭਾਲ ਕੀਤੀ। ਭਗਤ ਪੂਰਨ ਸਿੰਘ ਜੀ ਨੇ ਪਹਿਲਾਂ ਤੋਂ ਹੀ ਇਹ ਵਚਨ ਲਿਆ ਹੋਇਆ ਸੀ ਕਿ ਉਹ ਜ਼ਿੰਦਗੀ ਭਰ ਵਿਆਹ ਨਹੀਂ ਕਰਵਾਉਣਗੇ ਤੇ ਉਹਨਾਂ ਨੇ, ਭਗਤ ਪੂਰਨ ਸਿੰਘ ਜੀ ਜਿਹੜਾ ਸੀ, ਉਹਨਾਂ ਨੂੰ ਇੱਕ ਆਪਣਾ ਬੱਚਾ ਮਿਲ ਗਿਆ ਸੀ ਤੇ ਇਹਦੀ ਉਹਨਾਂ ਨੇ ਆਪਣੇ ਬੱਚਿਆਂ ਦੀ ਤਰ੍ਹਾਂ ਸੰਭਾਲ ਕੀਤੀ। ਪਿਆਰਾ ਸਿੰਘ ਨੂੰ ਉਹ ਜਿੱਥੇ ਵੀ ਜਾਂਦੇ ਆਪਣੀ ਪਿੱਠ ਉੱਤੇ ਲਿਟਾ ਕੇ ਲੈ ਕੇ ਜਾਂਦੇ ਸੀ। ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਆਉਣ ਤੋਂ ਬਾਅਦ ਉਹ ਇੱਥੇ ਸੇਵਾ ਦੇ ਵਿੱਚ ਵੀ ਜੁਟ ਗਏ ਸੀਗੇ। ਭਗਤ ਜਿਹੜੇ ਪੂਰਨ ਸਿੰਘ ਜੀ ਆ, ਪਿਆਰਾ ਸਿੰਘ ਦੀ ਵੀ ਸੇਵਾ ਸੰਭਾਲ ਕਰਦੇ ਤੇ ਗੁਰਦੁਆਰੇ ਦੇ ਵਿੱਚ ਸਰਦੀਆਂ ਵਿੱਚ ਗਰਮ ਪਾਣੀ ਦੇ ਨਾਲ ਫਰਸ਼ ਨੂੰ ਧੋਣਾ, ਲੰਗਰ ਦੇ ਵਿੱਚ ਵਾਧੂ ਲੱਕੜਾਂ ਫਜ਼ੂਲ ਦੇ ਵਿੱਚ ਉਹਨਾਂ ਦੀ ਵਰਤੋਂ ਨਾ ਹੋਵੇ ਉਹਨਾਂ ਨੂੰ ਰੋਕਣਾ ਤੇ ਰਾਤ ਨੂੰ ਬੇਲੋੜੀਆਂ ਲਾਈਟਾਂ ਨੂੰ ਬੰਦ ਕਰਨਾ, ਇਹ ਉਹਨਾਂ ਦੀ ਸੇਵਾ ਸੀ ਜਿਹੜੀ ਉਹ ਰੋਜ਼ਾਨਾ ਕਰਦੇ ਸੀ। 1947 ਵਿੱਚ ਦੇਸ਼ ਦੀ ਵੰਡ ਹੋਈ, ਭਾਰਤ ਤੇ ਪਾਕਿਸਤਾਨ, ਤੇ ਇਸ ਵੰਡ ਦੇ ਸਮੇਂ ਵਿੱਚ ਕੋਈ ਆਪਣਾ ਪੈਸਾ ਲੈ ਕੇ ਆਇਆ, ਕੋਈ ਆਪਣੇ ਪਰਿਵਾਰ ਨੂੰ ਬਚਾ ਕੇ ਲਿਆ, ਪਰ ਭਗਤ ਪੂਰਨ ਸਿੰਘ ਜੀ ਦੇ ਕੋਲ ਇੱਕੋ ਚੀਜ਼ ਜਿਹੜੀ ਸੀ ਉਹ ਸੀ ਪਿੰਗਲਾ ਪਿਆਰਾ ਸਿੰਘ ਜੀ। ਉਹਨਾਂ ਨੂੰ ਆਪਣੀ ਪਿੱਠ ਉੱਤੇ ਲਿਟਾ ਕੇ ਉਹ ਲਾਹੌਰ ਤੋਂ ਅੰਮ੍ਰਿਤਸਰ ਲੈ ਆਏ। ਇੱਥੇ ਖਾਲਸਾ ਕਾਲਜ ਦੇ ਵਿੱਚ ਰਿਫਿਊਜੀ ਕੈਂਪ ਲੱਗਿਆ ਸੀ, ਉੱਥੇ ਭਗਤ ਪੂਰਨ ਸਿੰਘ ਜੀ ਪਿਆਰਾ ਸਿੰਘ ਦੇ ਨਾਲ ਰਹੇ ਤੇ ਇਸੇ ਰਿਫਿਊਜੀ ਕੈਂਪ ਦੇ ਵਿੱਚ ਵੀ ਉਹਨਾਂ ਨੇ 70 ਤੋਂ 80 ਜਿਹੜੇ ਲਵਾਰਿਸ ਜਾਂ ਫਿਰ ਅਪਾਹਜ ਰੋਗੀ ਸੀਗੇ ਉਹਨਾਂ ਦੀ ਸੇਵਾ ਸੰਭਾਲ ਕੀਤੀ। ਦੇਸ਼ ਦੀ ਵੰਡ ਦੇ ਵੇਲੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਲਵਾਰਿਸ ਜਾਂ ਰੋਗੀ ਸੀਗੇ, ਉਹਨਾਂ ਨੂੰ ਲੋਕ ਕੀ ਕਰਦੇ ਸੀਗੇ, ਟ੍ਰੇਨ ਦੇ ਵਿੱਚ ਚੜਾ ਦਿੰਦੇ, ਗੱਡੀ ਵਿੱਚ ਚੜਾ ਦਿੰਦੇ ਤੇ ਜਦੋਂ ਸਟੇਸ਼ਨ ਉੱਤੇ ਜਾ ਕੇ ਗੱਡੀ ਰੁਕਦੀ ਤਾਂ ਉਹਨਾਂ ਲਵਾਰਿਸ ਬੇਸਹਾਰਾ ਰੋਗੀਆਂ ਦੀ ਸੇਵਾ ਸੰਭਾਲ ਕਰਨ ਵਾਸਤੇ ਅੱਗੇ ਸਰਕਾਰ ਦੇ ਕੋਲ ਵੀ ਕੋਈ ਬੰਦੋਬਸਤ ਨਹੀਂ ਸੀ। ਜਿਹੜੇ ਸਫਾਈ ਕਰਮਚਾਰੀ ਸੀ ਉਹ ਅੱਗੇ ਆਣ ਕੇ ਭਗਤ ਪੂਰਨ ਸਿੰਘ ਜੀ ਨੂੰ ਇਤਲਾਹ ਕਰ ਦਿੰਦੇ, ਉਹ ਸੂਚਨਾ ਦੇ ਦਿੰਦੇ ਤੇ ਭਗਤ ਪੂਰਨ ਸਿੰਘ ਜੀ ਉਹਨਾਂ ਰੋਗੀਆਂ ਨੂੰ ਆਪਣੇ ਕੋਲ ਲੈ ਆਉਂਦੇ ਰਿਫਿਊਜੀ ਕੈਂਪ ਦੇ ਵਿੱਚ, ਉੱਥੇ ਉਹਨਾਂ ਦੀ ਸੇਵਾ ਸੰਭਾਲ ਕਰਦੇ। 70 ਤੋਂ 80 ਜਿਹੜੇ ਲਵਾਰਿਸ ਰੋਗੀ ਸੀ ਉਹਨਾਂ ਦੀ ਸੇਵਾ ਸੰਭਾਲ ਭਗਤ ਪੂਰਨ ਸਿੰਘ ਜੀ ਨੇ ਸਭ ਤੋਂ ਪਹਿਲਾਂ ਸੜਕ ਦੇ ਕੰਢਿਆਂ ਉੱਤੇ ਹੀ ਕੀਤੀ। ਧੁੱਪ ਹੋਵੇ, ਛਾਂ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਉਸੇ ਹਾਲਤ ਦੇ ਵਿੱਚ ਉਹ ਉੱਥੇ ਰਹੇ। ਇੰਨੀਆਂ ਕਠਿਨਾਈਆਂ ਦੇ ਵਿੱਚ ਉਹਨਾਂ ਦੇ ਅੰਦਰ ਸੇਵਾ ਭਾਵਨਾ ਇੰਨੀ ਜ਼ਿਆਦਾ ਭਰੀ ਹੋਈ ਸੀ ਕਿ ਇੰਨੀ ਮੁਸ਼ਕਿਲ ਹਾਲਤ ਦੇ ਵਿੱਚ ਵੀ ਉਹਨਾਂ ਨੇ ਸੜਕ ਦੇ ਕੰਢੇ ਉੱਤੇ ਬੈਠ ਕੇ ਉਹਨਾਂ ਰੋਗੀਆਂ ਦੀ, ਅਪਾਹਜਾਂ ਦੀ ਸੇਵਾ ਸੰਭਾਲ ਕੀਤੀ, ਹਰ ਤਰ੍ਹਾਂ ਦੀ ਉਹਨਾਂ ਦੀ ਸੇਵਾ ਕੀਤੀ। ਭਗਤ ਪੂਰਨ ਸਿੰਘ ਜੀ 14 ਸਾਲਾਂ ਤੱਕ ਉਹ ਜਿਹੜਾ ਪਿੰਗਲਾ ਸੀ ਪਿਆਰਾ ਸਿੰਘ, ਉਹਨੂੰ ਆਪਣੀ ਪਿੱਠ ਉੱਤੇ ਲਿਟਾ ਕੇ ਜਿੱਥੇ ਜਾਂਦੇ ਨਾਲ ਲੈ ਕੇ ਜਾਂਦੇ ਰਹੇ। 14 ਸਾਲ ਉਹਨਾਂ ਨੇ ਉਹਦੀ ਵੀ ਤਨ ਮਨ ਦੇ ਨਾਲ ਸੇਵਾ ਕੀਤੀ, ਆਪਣੀ ਬਜ਼ੁਰਗੀ ਦੀ ਹਾਲਤ ਦੇ ਵਿੱਚ ਵੀ ਉਹਦੀ ਸੇਵਾ ਕੀਤੀ ਸੀ। 1958 ਦੇ ਵਿੱਚ ਫਿਰ ਜਦੋਂ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਦੀ ਨੀਂਹ ਰੱਖੀ ਗਈ, ਭਗਤ ਪੂਰਨ ਸਿੰਘ ਜੀ ਨੇ ਆਪ ਪਹਿਲਾਂ ਤਾਂ ਸ਼ੁਰੂ ਵਿੱਚ ਜ਼ਮੀਨ ਖਰੀਦੀ ਸੀ ਤੇ ਫਿਰ ਪਿੰਗਲਵਾੜੇ ਦੀ ਜਿਹੜੀ ਇਮਾਰਤ ਆ ਉਹ ਬਣਨੀ ਸ਼ੁਰੂ ਹੋ ਗਈ। ਕਿਹਾ ਜਾਂਦਾ ਹੈ ਕਿ ਇਸ ਇਮਾਰਤ ਨੂੰ ਤਿਆਰ ਕਰਨ ਦੇ ਵਿੱਚ SGPC ਦਾ ਵੀ ਇੱਕ ਮੁੱਖ ਰੋਲ ਰਿਹਾ ਹੈ। ਭਗਤ ਪੂਰਨ ਸਿੰਘ ਜੀ ਅੰਮ੍ਰਿਤਸਰ ਵਿੱਚ ਆਉਣ ਤੋਂ ਬਾਅਦ ਰੋਜ਼ਾਨਾ ਸਵੇਰੇ ਪਿਆਰਾ ਸਿੰਘ ਨੂੰ ਆਪਣੇ ਨਾਲ ਲੈ ਕੇ ਪਹਿਲਾਂ ਦਰਬਾਰ ਸਾਹਿਬ ਜਾਂਦੇ, ਸਾਰਾ ਦਿਨ ਉੱਥੇ ਵੀ ਸੇਵਾ ਕਰਦੇ ਤੇ ਕਿਤਾਬਜੇ ਜਾਂ ਫਿਰ ਰਿਸਾਲੇ ਜਿਹੜੇ ਉਹਨਾਂ ਨੇ ਆਪਣੇ ਹੱਥੀਂ ਲਿਖੇ ਸੀ, ਰੋਜ਼ਾਨਾ ਦੀਆਂ ਜਿਹੜੀਆਂ ਸਮਾਜ ਦੇ ਵਿੱਚ ਸਮੱਸਿਆਵਾਂ ਸੀ, ਕਠਿਨਾਈਆਂ, ਮੁਸ਼ਕਿਲਾਂ ਜਾਂ ਫਿਰ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਮੁਸ਼ਕਿਲਾਂ ਸੀ ਉਹਨਾਂ ਦੇ ਸੰਬੰਧ ਵਿੱਚ ਉਹ ਲਿਖਦੇ। ਜੰਗਲਾਂ ਦੀ ਕਟਾਈ, ਵੱਧਦੀ ਆਬਾਦੀ, ਪਾਣੀ ਦਾ ਜਾਂ ਹਵਾ ਦਾ ਦੂਸ਼ਿਤ ਹੋ ਜਾਣਾ,
ਸਿੱਖਿਆ ਨੂੰ ਲੈ ਕੇ, ਅਨਪੜ੍ਹਤਾ ਨੂੰ ਲੈ ਕੇ, ਗਰੀਬੀ ਨੂੰ ਲੈ ਕੇ ਜਾਂ ਫਿਰ ਹੋਰ ਜਿੰਨੀਆਂ ਵੀ ਸਮੱਸਿਆਵਾਂ, ਬਹੁਤ ਸਾਰਿਆਂ ਦੇ ਉੱਤੇ ਉਹਨਾਂ ਨੇ ਰਸਾਲੇ ਆਪਣੇ ਹੱਥੀਂ ਲਿਖੇ, ਉਹਨਾਂ ਨੂੰ ਛਪਵਾਇਆ ਤੇ ਅੱਗੇ ਸੰਗਤਾਂ ਦੇ ਵਿੱਚ ਵੰਡੇ। ਨਾਲ ਦੀ ਨਾਲ ਉਹ ਸਾਰਾ ਦਿਨ ਵਿਚਾਰਾਂ ਵੀ ਕਰਦੇ ਤੇ ਸ਼ਾਮ ਹੁੰਦੇ ਹੀ ਉਹ ਪਿਆਰਾ ਸਿੰਘ ਨੂੰ ਨਾਲ ਲੈ ਕੇ ਵਾਪਸ ਪਿੰਗਲਵਾੜੇ ਚਲੇ ਜਾਂਦੇ ਤੇ ਉੱਥੇ ਜਾਣ ਤੋਂ ਬਾਅਦ ਰਾਤ ਨੂੰ, ਪਹਿਲਾਂ ਤਾਂ ਉਹ ਪਿੰਗਲਵਾੜੇ ਦੀ ਜਿਹੜੀ ਇਮਾਰਤ ਆ ਉਹ ਨਵੀਂ ਬਣ ਰਹੀ ਸੀ। ਰੋਗੀਆਂ ਨੂੰ ਕਿੱਥੇ ਰੱਖਣਾ ਉਹਨਾਂ ਨੂੰ ਬਹੁਤ ਮੁਸ਼ਕਿਲ ਵੀ ਆ ਰਹੀ ਸੀ, ਪਰ ਇੰਨੀ ਮੁਸ਼ਕਿਲ ਦੇ ਵਿੱਚ ਵੀ ਉਹ ਘਬਰਾਏ ਨਹੀਂ ਸੀਗੇ। ਮੁਸ਼ਕਿਲ ਇਹ ਵੀ ਸੀਗੀ ਕਿ ਉਹਨਾਂ ਦੇ ਕੋਲ ਪੈਸਾ ਵੀ ਨਹੀਂ ਸੀ, ਕੋਈ ਉਹਨਾਂ ਦੀ ਮਦਦ ਨਹੀਂ ਕਰਦਾ ਸੀ। ਉਹ ਇੱਕ ਉਹਨਾਂ ਦੇ ਕੋਲ ਲੋਹੇ ਦਾ ਬਾਟਾ ਹੁੰਦਾ ਸੀ ਜਿਹਦੇ ਨਾਲ ਉਹ ਲੋਕਾਂ ਦੇ ਕੋਲੋਂ ਮੰਗਣ ਜਾਂਦੇ ਸੀ ਪੈਸਾ। ਲੋਕ ਅੱਗੇ ਪੈਸਾ ਕਿਵੇਂ ਦਿੰਦੇ ਨੇ ਇਹ ਤੁਹਾਨੂੰ ਸਭ ਨੂੰ ਪਤਾ ਹੈ। ਭਗਤ ਪੂਰਨ ਸਿੰਘ ਜੀ ਨੂੰ ਉਸ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੇ ਪਾਗਲ ਵੀ ਕਿਹਾ ਸੀ। ਉਹ ਜਿਹੜਾ ਉਹਨਾਂ ਦੇ ਕੋਲ ਲੋਹੇ ਦਾ ਬਾਟਾ ਸੀ, ਸੜਕਾਂ ਉੱਤੇ ਜਾਂਦੇ ਤੇ ਜਾ ਕੇ ਸੜਕਾਂ ਦੇ ਉੱਤੇ ਜਿਹੜੇ ਵੱਟੇ ਹੁੰਦੇ, ਰੋੜੇ ਹੁੰਦੇ ਜਾਂ ਫਿਰ ਗੋਹਾ ਹੁੰਦਾ, ਉਹਨਾਂ ਨੂੰ ਇਕੱਠਾ ਕਰਕੇ ਬਾਟੇ ਵਿੱਚ ਪਾਉਂਦੇ ਤੇ ਇੱਕ ਜਗ੍ਹਾ ਤੇ ਜਾ ਕੇ ਸਿੱਟਦੇ ਸੀ ਕਿ ਗੰਦਗੀ ਨਾ ਫੈਲੇ। ਗੰਦਗੀ ਨੂੰ ਵੀ ਉਹ ਦੂਰ ਕਰਦੇ ਸੀ ਤੇ ਲੋਕ ਉਹਨਾਂ ਦੀਆਂ ਇਹੋ ਜਿਹੀਆਂ ਜਿਹੜੀਆਂ ਜੋ ਇਹ ਕੰਮ ਕਰਦੇ ਸੀਗੇ, ਸੇਵਾ ਕਰਦੇ ਸੀ, ਇਹਨਾਂ ਨੂੰ ਵੇਖ ਕੇ ਪਾਗਲ ਵੀ ਕਹਿੰਦੇ ਸੀਗੇ। ਪਰ ਜੋ ਵੀ ਉਹਨਾਂ ਨੂੰ ਉਹ ਮਿਲਦਾ, ਲੋਕਾਂ ਦੇ ਕੋਲੋਂ ਜਿਹੜਾ ਦਾਨ ਮਿਲਦਾ, ਉਹਨੂੰ ਉਹ ਜਾ ਕੇ ਉਹਨਾਂ ਰੋਗੀਆਂ ਦੀ ਸੇਵਾ ਸੰਭਾਲ ਦੇ ਵਿੱਚ ਲਾ ਦਿੰਦੇ ਜਾਂ ਫਿਰ ਜਿਹੜਾ ਵੀ ਲੋੜਵੰਦ ਉਹਨਾਂ ਦੇ ਕੋਲੋਂ ਆਉਂਦਾ ਕਿ ਸਾਨੂੰ ਪੈਸੇ ਦੀ ਜ਼ਰੂਰਤ ਹੈ, ਜਿੰਨਾ ਵੀ ਉਹਨਾਂ ਦੇ ਕੋਲ ਪੈਸਾ ਹੋਵੇ, ਘੱਟ ਤੋਂ ਘੱਟ, ਵੱਧ ਤੋਂ ਵੱਧ ਉਹ ਉਹਨਾਂ ਨੂੰ ਦੇ ਦਿੰਦੇ ਸੀ। ਤੇ ਭਗਤ ਪੂਰਨ ਸਿੰਘ ਜੀ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਵੀ ਸੀ ਕਿ ਜਿਹੜੀ ਨਵੀਂ ਇਮਾਰਤ ਬਣ ਰਹੀ ਹੈ ਉਹ ਕਿਵੇਂ ਪੂਰੀ ਹੋਵੇਗੀ, ਰੋਗੀਆਂ ਦੀ ਸੇਵਾ ਸੰਭਾਲ ਕਿਵੇਂ ਕਰਨੀ ਹੈ, ਨਵੇਂ ਸਾਧਨ ਜਾਂ ਹੋਰ ਜਿੰਨੇ ਵੀ ਸੇਵਾ ਕਾਰਜਾਂ ਦੇ ਕੰਮ ਆ, ਉਹ ਸਾਰਿਆਂ ਬਾਰੇ ਉਹ ਚਿੰਤਤ ਹੁੰਦੇ, ਸੋਚਦੇ ਰਹਿੰਦੇ ਤੇ ਉਸ ਤੋਂ ਬਾਅਦ ਪਿਆਰਾ ਸਿੰਘ ਜੀ ਨੂੰ ਆਪਣੀ ਹਿੱਕ ਦੇ ਨਾਲ ਲਾ ਕੇ ਸੌਂ ਜਾਂਦੇ। ਪਿਆਰਾ ਸਿੰਘ ਜੀ ਨੂੰ ਉਹਨਾਂ ਨੇ ਆਪਣੇ ਬੱਚਿਆਂ ਦੇ ਵਾਂਗ ਤੇ ਇੱਕ ਮਾਂ ਦੇ ਵਾਂਗ ਉਹਨੂੰ ਪਿਆਰ ਕੀਤਾ ਸੀ, ਉਹਦੀ ਸੇਵਾ ਸੰਭਾਲ ਕੀਤੀ ਸੀ। ਭਗਤ ਪੂਰਨ ਸਿੰਘ ਜੀ ਦੇ ਇਹਨਾਂ ਸਾਰੇ ਸੇਵਾ ਕਾਰਜਾਂ ਸਦਕਾ ਜੋ ਉਹ ਤਨ ਮਨ ਤੋਂ ਬਿਨਾਂ ਕਿਸੇ ਵਿਤਕਰੇ ਤੋਂ ਹਰ ਇੱਕ ਦੀ ਸਹਾਇਤਾ ਕਰਦੇ ਸੀ, ਸੇਵਾ ਕਰਦੇ ਸੀ, ਇਸ ਵਾਸਤੇ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਵੀ ਮਿਲਿਆ ਸੀ। ਪਰ ਸਾਕਾ ਨੀਲਾ ਤਾਰਾ ਜਦੋਂ ਵਾਪਰਿਆ, ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਉੱਤੇ ਜਦੋਂ ਫੌਜੀ ਹਮਲਾ ਹੋਇਆ ਤਾਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਇਹ ਪਦਮ ਸ਼੍ਰੀ ਅਵਾਰਡ ਮਿਲਿਆ ਹੋਇਆ ਸੀ, ਇਹ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ। ਪੱਤਰਕਾਰਾਂ ਨੇ ਉਹਨਾਂ ਦੇ ਕੋਲੋਂ ਜਦੋਂ ਪੁੱਛਿਆ ਸੀ ਇਹਦਾ ਕਾਰਨ, ਇਹਦੀ ਵਜ੍ਹਾ, ਉਹਨਾਂ ਨੇ ਕਿਹਾ ਸੀ ਕਿ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਉੱਤੇ ਜੋ ਹਮਲਾ ਹੋਇਆ ਹੈ, ਉਸ ਹਮਲੇ ਦੇ ਵਿੱਚ ਹਜ਼ਾਰਾਂ ਬੇਕਸੂਰ ਬੱਚੇ, ਇਸਤਰੀਆਂ, ਮਰਦ ਤੇ ਨੌਜਵਾਨ ਜਾਂ ਬਜ਼ੁਰਗ ਸਾਰੇ ਜਿਹੜੇ ਆ ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ। ਉਸ ਘਟਨਾ ਦਾ ਉਹਨਾਂ ਦੇ ਹਿਰਦੇ ਉੱਤੇ ਬਹੁਤ ਅਸਰ ਹੋਇਆ, ਉਹਨਾਂ ਦਾ ਹਿਰਦਾ ਵਲੂੰਦਰਿਆ ਗਿਆ ਸੀ ਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ ਤੇ ਇਸ ਤੋਂ ਬਾਅਦ ਵੀ ਕਹਿੰਦੇ ਕਿ ਕੀ ਮੈਂ ਇਹ ਪਦਮ ਸ਼੍ਰੀ ਅਵਾਰਡ ਨੂੰ ਆਪਣੀ ਹਿੱਕ ਦੇ ਨਾਲ ਲਾ ਕੇ ਤੁਰਿਆ ਫਿਰਾਂ, ਇਹਨੂੰ ਚੰਬੜਿਆ ਫਿਰਾਂ, ਇੱਦਾਂ ਨਹੀਂ ਹੋ ਸਕਦਾ। ਉਹਨਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਇਹ ਜਿਹੜਾ ਅਵਾਰਡ ਸੀ ਇਹ ਵਾਪਸ ਕਰ ਦਿੱਤਾ। ਇਸ ਤੋਂ ਬਿਨਾਂ ਵੀ ਭਗਤ ਪੂਰਨ ਸਿੰਘ ਜੀ ਨੂੰ ਬਹੁਤ ਸਾਰੇ ਸਨਮਾਨ ਮਿਲੇ ਨੇ। 1990 ਦੇ ਵਿੱਚ ਉਹਨਾਂ ਨੂੰ ਹਾਰਮਨੀ ਅਵਾਰਡ, 1991 ਦੇ ਵਿੱਚ ਉਹਨਾਂ ਨੂੰ ਰੋਗ ਰਤਨ ਅਵਾਰਡ ਤੇ 1991 ਦੇ ਵਿੱਚ ਹੀ ਇੱਕ ਹੋਰ ਅਵਾਰਡ ਮਿਲਿਆ, ਭਾਈ ਕਨਈਆ ਅਵਾਰਡ। ਇਹਨੇ ਅਵਾਰਡ ਉਹਨਾਂ ਨੂੰ ਮਿਲੇ ਪਰ ਉਹ ਅਵਾਰਡਾਂ ਦੇ ਭੁੱਖੇ ਨਹੀਂ ਸੀ, ਉਹਨਾਂ ਨੇ ਤਨ ਮਨ ਤੋਂ ਸਭ ਦੀ ਸੇਵਾ ਸੰਭਾਲ ਕੀਤੀ। 1992 ਦੇ ਵਿੱਚ ਉਹਨਾਂ ਦੇ ਪੇਟ ਵਿੱਚ ਕਾਫੀ ਤਕਲੀਫ ਹੋਈ, ਜਿਸ ਤੋਂ ਬਾਅਦ ਉਹਨਾਂ ਨੂੰ ਵਰਿਆਮ ਸਿੰਘ ਨਰਸਿੰਗ ਹੋਮ ਵਿੱਚ ਦਾਖਲ ਕੀਤਾ ਗਿਆ ਤੇ ਡਾਕਟਰ ਇੰਦਰਜੀਤ ਕੌਰ ਜਿਹੜੇ ਕਿ ਅੱਜ ਪਿੰਗਲਵਾੜੇ ਅੰਮ੍ਰਿਤਸਰ ਦੀ ਪੂਰੀ ਦੇਖਰੇਖ ਕਰ ਰਹੇ ਨੇ, ਤਨ ਮਨ ਤੋਂ ਸੇਵਾ ਸੰਭਾਲ ਕਰ ਰਹੇ ਨੇ, ਉਹਨਾਂ ਨੇ ਉਸ ਵੇਲੇ ਜਦੋਂ ਆਪਰੇਸ਼ਨ ਕੀਤਾ ਗਿਆ, ਜਦੋਂ ਹਸਪਤਾਲ ਦੇ ਵਿੱਚ ਦਾਖਲ ਸੀ, ਉਹਨਾਂ ਦੀ ਤਨ ਮਨ ਤੋਂ ਸੇਵਾ ਸੰਭਾਲ ਕੀਤੀ ਤੇ ਇੱਕ ਪਲ ਵਾਸਤੇ ਵੀ ਉਹ ਭਗਤ ਪੂਰਨ ਸਿੰਘ ਜੀ ਤੋਂ ਦੂਰ ਨਹੀਂ ਸੀ ਹੋਏ। ਇੰਨੀ ਸ਼ਿੱਦਤ ਦੇ ਨਾਲ ਉਹਨਾਂ ਨੇ ਵੀ ਭਗਤ ਪੂਰਨ ਸਿੰਘ ਜੀ ਦੀ ਸੇਵਾ ਸੰਭਾਲ ਕੀਤੀ। ਭਗਤ ਪੂਰਨ ਸਿੰਘ ਜੀ ਦਾ ਆਪਰੇਸ਼ਨ ਹੋਇਆ ਜੋ ਕਿ ਸਫਲ ਰਿਹਾ, ਪਰ ਉਸ ਤੋਂ ਬਾਅਦ ਫਿਰ ਤੋਂ ਉਹਨਾਂ ਦੇ ਜਿਹੜੇ ਜ਼ਖਮ ਸੀ ਉਹਨਾਂ ਦੇ ਵਿੱਚੋਂ ਖੂਨ ਸਿਮਣਾ ਸ਼ੁਰੂ ਹੋ ਗਿਆ ਤੇ ਫਿਰ ਤੋਂ ਦੁਬਾਰਾ ਆਪਰੇਸ਼ਨ ਕੀਤਾ, ਪਰ ਉਹਨਾਂ ਦੇ ਦਿਲ ਤੇ ਫੇਫੜਿਆਂ ਦੇ ਵਿੱਚ ਜਿਹੜੀ ਤਕਲੀਫ ਆ ਉਹ ਹੋਰ ਵੱਧ ਗਈ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਦੇ ਮਹਾਵਾਕ ਅਨੁਸਾਰ ਭਗਤ ਪੂਰਨ ਸਿੰਘ ਜੀ ਬੇਸਹਾਰਿਆਂ, ਰੋਗੀਆਂ, ਅਪਾਹਜਾਂ ਦੀ ਸੇਵਾ ਸੰਭਾਲ ਕਰਦੇ ਹੋਏ 88 ਵਰਿਆਂ ਦੀ ਉਮਰ ਭੋਗ ਕੇ ਅੱਜ ਦੇ ਦਿਨ 5 ਅਗਸਤ 1992 ਨੂੰ ਇਸ ਸੰਸਾਰ ਤੋਂ ਅਲਵਿਦਾ ਕਹਿ ਗਏ, ਇਸ ਸੰਸਾਰ ਤੋਂ ਚਲੇ ਗਏ। ਭਗਤ ਪੂਰਨ ਸਿੰਘ ਜੀ ਦੇ ਬਾਰੇ ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਨੇ ਕਿ ਭਗਤ ਪੂਰਨ ਸਿੰਘ ਜੀ ਨੇ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ ਕਥਾਵਾਂ ਸੀ, ਪੁਰਾਤਨ ਕਥਾਵਾਂ, ਉਹਨਾਂ ਨੂੰ ਮੁੜ ਤੋਂ ਸੁਰਜੀਤ ਕੀਤਾ। ਭਗਤ ਪੂਰਨ ਸਿੰਘ ਜੀ ਭਾਈ ਮੰਝ ਜੀ, ਭਾਈ ਬਹਿਲੋ ਜੀ, ਭਾਈ ਕਨਈਆ ਜੀ ਦੇ ਉੱਤਰਾਧਿਕਾਰੀ ਸਨ। ਇਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ 2004 ਦੇ ਵਿੱਚ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਡਾਕ ਟਿਕਟ ਤਿਆਰ ਕੀਤੀ ਗਈ ਸੀ। 2005 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਭਗਤ ਪੂਰਨ ਸਿੰਘ ਚੇਅਰ ਸਥਾਪਿਤ ਕੀਤੀ ਗਈ ਤੇ ਉਹਨਾਂ ਦੇ ਜੀਵਨ ਉੱਤੇ ਆਧਾਰਿਤ ਫਿਲਮ ਵੀ ਬਣੀ ਹੋਈ ਹੈ, ਇਹ ਜਨਮ ਤੁਮਾਰੇ ਲੇਖੇ। ਤੇ
ਪਿੰਗਲਵਾੜੇ ਤੋਂ ਅੱਜ ਵੀ ਬਹੁਤ ਸਾਰੇ ਰਸਾਲੇ, ਬਹੁਤ ਜਿਹੜਾ ਇਤਿਹਾਸ ਆ ਜਾਂ ਫਿਰ ਸਮੱਸਿਆਵਾਂ ਨੂੰ ਲੈ ਕੇ ਬਹੁਤ ਵਧੀਆ ਰਸਾਲੇ ਛਪਦੇ ਨੇ, ਫ੍ਰੀ ਦੇ ਵਿੱਚ ਜਿਹੜੇ ਮਿਲਦੇ ਨੇ। ਇਹਨਾਂ ਨੂੰ ਤੁਸੀਂ ਵੀ ਖਰੀਦ ਸਕਦੇ ਹੋ ਤੇ ਇਹਨਾਂ ਨੂੰ ਜ਼ਰੂਰ ਪੜ੍ਹਿਓ। ਇਹਨਾਂ ਦੇ ਵਿੱਚ ਬਹੁਤ ਡੂੰਘੀ ਜਾਣਕਾਰੀ ਦਿੱਤੀ ਹੁੰਦੀ ਹੈ ਜਿਹਨੂੰ ਪੜ੍ਹਨ ਦੀ ਬਹੁਤ ਲੋੜ ਹੈ। ਤੇ ਅੱਜ ਦੀ ਇਹ ਜਿਹੜੀ ਸਾਡੀ ਜਾਣਕਾਰੀ ਹੈ ਇਹ ਤੁਹਾਨੂੰ ਕਿਹੋ ਜਿਹੀ ਲੱਗੀ ਜ਼ਰੂਰ ਦੱਸਿਓ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।